ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ ਹਰਜੀਤ ਕੌਰ ਦੁਆਰਾ ਲਿਖੀ ਗਈ ਕਹਾਣੀ ਦਾ ਭਾਗ 8ਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਹਰਵਿੰਦਰ ਕਹਿੰਦੀ, ਵੱਡੀ ਕਿਹੜਾ ਨੌਕਰੀ ਕਰਦੀ ਏ, ਉਂਝ ਹੀ ਬੇਸ਼ਰਮ ਨੇ ਦੋਵੇਂ। ਉਸ ਦੀ ਮਾਂ ਰੋਣ ਲੱਗ ਪਈ ਭੈਣਾਂ ਭਰਾਵਾਂ ਦੀਆਂ ਗੱਲਾਂ ਸੁਣ ਕੇ। ਕਹਿੰਦੀ ਏ, ਇੱਦਾਂ ਤੇ ਰੱਬ ਮੈਨੂੰ ਚੁੱਕ ਹੀ ਲਵੇ ਥਾਂ ਥਾਂ ਧੱਕੇ ਖਾਣ ਨਾਲੋਂ। ਹਰਵਿੰਦਰ, ਨਾ ਬੇਬੇ ਰੋ ਨਾ, ਤੂੰ ਕੋਈ ਬਾਦੂ ਥੋੜਾ ਏ। ਮੈਂ ਤੇਰੀ ਪੂਰੀ ਸੇਵਾ ਕਰੂੰ, ਤੇਰੀ ਬਾਂਹ ਠੀਕ ਕਰਕੇ ਘੱਲਾਂਗੀ ਤੈਨੂੰ। ਮੀਤਾ ਵੀ ਕਹਿੰਦੀ ਹੈ, ਬੇਬੇ ਤੇਰੀਆਂ 2 ਧੀਆਂ ਨੇ ਇੱਥੇ, ਫਿਕਰ ਨਾ ਕਰੋ ਤੁਸੀਂ। ਫਿਰ ਮੀਤਾ ਰੋਟੀ ਬਣਾ ਕੇ ਲੈ ਆਈ। ਹਰਿੰਦਰ ਕਹਿੰਦਾ, ਰੋਟੀ ਦੀ ਤਾਂ ਲੋੜ ਨਹੀਂ ਸੀ, ਸਵੇਰ ਦਾ ਭੱਜਾ ਫਿਰਦਾ ਏ, ਲੋੜ ਕਿਉਂ ਨਹੀਂ? ਭੁੱਖ ਲੱਗੀ ਹੋਣੀ ਏ, ਤੂੰ ਹੀ ਤੇ ਬੇਬੇ ਨੂੰ ਦਵਾਈ ਦਾਰੂ ਕਰਾਉਣਾ ਏ। ਵੱਡਾ ਤੇ ਪੁੱਛਦਾ ਵੀ ਨਹੀਂ, ਹਰਿੰਦਰ ਨੇ ਕਿਹਾ। ਹਰਿੰਦਰ ਰੋਟੀ ਖਾ ਕੇ ਕਹਿੰਦਾ, ਚੰਗਾ ਮੈਂ ਚੱਲਦਾ, ਫਿਰ ਹਨੇਰਾ ਹੋ ਜਾਣਾ। ਤੇ ਹਰਿੰਦਰ ਨੂੰ 500 ਰੁਪਏ ਦਿੰਦਾ ਹੈ। ਆ ਰੱਖ ਬੇਬੇ ਦੀ ਦਵਾਈ ਲਈ। ਉਂਝ ਤਾਂ ਬੇਬੇ ਕੋਲ ਹੈ ਨੇ ਪੈਸੇ, ਮੈਂ ਫਿਰ ਗੇੜਾ ਮਾਰੂੰ ਥੋੜੇ ਦਿਨਾਂ ਨੂੰ। ਹਰਿੰਦਰ ਦੇ ਜਾਣ ਤੋਂ ਬਾਅਦ ਬੇਬੇ ਕਹਿੰਦੀ, ਹਰਵਿੰਦਰ ਧਰਮਵੀਰ ਕਿੱਥੇ ਗਿਆ ਏ? ਨਾ ਹੀ ਤੇਰੇ ਸੱਸ ਸਹੁਰਾ ਦਿਸਦੇ ਨੇ। ਹਰਵਿੰਦਰ ਕਹਿੰਦੀ, ਧਰਮਵੀਰ ਤਾਂ ਵੋਟਾਂ ਵਿੱਚ ਡਿਊਟੀ ਦੀ ਰਿਹਾਸਲ ਤੇ ਗਏ ਨੇ। ਬੀਬੀ ਪਾਪਾ ਜੀ ਬੀਬੀ ਦੇ ਪੇਕੇ ਗਏ ਹੋਏ ਨੇ, ਮਾਮੇ ਦਾ ਸਾਲਾ ਪੂਰਾ ਹੋ ਗਿਆ ਸੀ, ਅਫਸੋਸ ਕਰਨ ਗਏ ਸੀ। ਦੂਰ ਗਿਆ 4-5 ਦਿਨ ਲੱਗ ਜਾਣੇ ਨੇ ਉਹਨਾਂ ਦੇ। ਖੁਸ਼ਪ੍ਰੀਤ ਕਿੱਥੇ ਵੇ, ਉਹ ਵੀ ਨਹੀਂ ਦਿਸਦਾ। ਬੇਬੇ ਕਹਿੰਦੀ, ਉਹ ਭੂਆ ਭਤੀਜਾ ਟਿਊਸ਼ਨ ਗਏ ਹੋਏ ਨੇ। ਲੈ ਆ ਗਏ ਨੇ। ਗੁਰਪ੍ਰੀਤ, ਮਾਸੀ ਜੀ ਸਤਿ ਸ਼੍ਰੀ ਅਕਾਲ। ਖੁਸ਼ਪ੍ਰੀਤ ਵੀ ਕਹਿੰਦਾ, ਬੇਬੇ ਸਤਿ ਸ਼੍ਰੀ ਅਕਾਲ। ਬੇਬੇ ਦੋਵਾਂ ਨੂੰ ਪਿਆਰ ਕਰਦੀ ਹੈ। ਠੀਕ ਏ ਮੇਰਾ ਪੁੱਤਰ? ਖੁਸ਼ਪ੍ਰੀਤ ਨੂੰ ਕਹਿੰਦੀ ਹੈ। ਹਾਂ ਬੇਬੇ। ਤੇ ਖੁਸ਼ਪ੍ਰੀਤ ਭੱਜ ਜਾਂਦਾ ਹੈ। ਬੇਬੇ ਕਹਿੰਦੀ, ਹਰਵਿੰਦਰ ਜਦੋਂ ਤੂੰ ਮੇਰੇ ਕੋਲ ਗਈ ਸੀ ਉਦੋਂ ਕਹਿੰਦੀ ਸੀ ਮੈਨੂੰ 2 ਮਹੀਨੇ ਹੋ ਗਏ ਨੇ। ਮਹੀਨਾ ਬੜਾ ਹੋ ਗਿਆ ਮੇਰੇ ਕੋਲ ਆਇਆ, ਤੇਰਾ ਪੇਟ ਤੇ ਬਿਲਕੁਲ ਨਹੀਂ ਦਿਸਦਾ। ਹਰਵਿੰਦਰ ਮਾਂ ਦੀ ਗੱਲ ਸੁਣ ਕੇ ਰੋਣ ਲੱਗ ਪਈ। ਬੇਬੇ ਦਿਸਣਾ ਕਿੱਥੋਂ ਏ ਜਦੋਂ ਹੈ ਹੀ ਨਹੀਂ? ਕੀ ਗੱਲ ਧੀਏ, ਬਿਮਾਰ ਹੋ ਗਈ ਸੈਂ? ਬੇਬੇ ਪੁੱਛਣ ਲੱਗੀ। ਹਰਵਿੰਦਰ ਰੋਈ ਜਾ ਰਹੀ ਸੀ। ਮੀਤਾ ਕਹਿੰਦੀ, ਬੇਬੇ ਕੁੜੀ ਸੀ, ਮੰਮੀ ਨੇ ਸਫਾਈ ਕਰਾ ਦਿੱਤੀ। ਹਾਏ ਹਾਏ ਨੀ ਲੋੜਾ ਨੀ, ਇਹ ਕੀ ਕੀਤਾ ਸੂ? ਪਹਿਲਾਂ ਪੁੱਤਰ ਸੀ, ਜੇ ਧੀ ਆ ਜਾਂਦੀ ਤਾਂ ਕੀ ਹੋ ਜਾਂਦਾ? ਤੂੰ ਕਿਉਂ ਕੀਤਾ ਇਹ ਕੰਮ? ਬੋਲ ਨਹੀਂ ਸੀ ਸਕਦੀ ਬੇਬੇ ਹਰਵਿੰਦਰ ਨੂੰ ਕਹਿੰਦੀ। ਮੀਤਾ, ਬੇਬੇ ਦੀਦੀ ਤਾਂ ਡਰਦੇ ਹੀ ਬਹੁਤ ਨੇ ਮੰਮੀ ਤੋਂ, ਬੋਲਦੇ ਹੀ ਨਹੀਂ। ਮੀਤਾ, ਤੈਨੂੰ ਕੀ ਪਤਾ ਕਿਉਂ ਡਰਦੀ ਆ? ਪਹਿਲਾਂ ਜੇ ਮੈਂ ਕੁਝ ਵੀ ਬੋਲਦੀ ਤਾਂ ਮੇਰੇ ਬੰਦੇ ਨੂੰ ਕਹਿ ਕੇ ਮੈਨੂੰ ਕੁਟਵਾ ਦਿੰਦੀ ਸੀ। ਉੱਤੋਂ ਦੀ ਉਹ ਵੀ ਲਾਈ ਲੱਗ ਹੈਗਾ, ਮੇਰੀ ਤੇ ਕੋਈ ਗੱਲ ਹੀ ਨਹੀਂ ਸੁਣਦਾ। ਹੁਣ ਵੀ ਮੈਂ ਕਿਹਾ, ਕਹਿੰਦਾ ਕੀ ਕਰਨੀ ਏ ਕੁੜੀ, ਸਾਰੀ ਉਮਰ ਪੈਸਾ ਜੋੜ ਕੇ ਨਹੀਂ ਵਿਆਹੀ ਜਾਣੀ। ਹਰਵਿੰਦਰ ਨੇ ਕਿਹਾ, ਬੇਬੇ ਜਿਹੜਾ ਜੀ ਆਉਂਦਾ ਆਪਣੀ ਪ੍ਰਲਬਧ ਲਿਖਾ ਕੇ ਹੀ ਆਉਂਦਾ, ਉਸਨੇ ਆਪਣੇ ਕਰਮ ਲੈ ਕੇ ਆਉਣੇ ਸਨ। ਧੀਆਂ ਦੇ ਕਰਮਾਂ ਨੂੰ ਤੇ ਰੱਬ ਦੂਣਾ ਦਿੰਦਾ ਏ। ਬੇਬੇ, ਮੈਂ ਵੀ ਧੀਏ ਗਲਤੀ ਕੀਤੀ, ਇਹਨਾਂ ਦੋਵਾਂ ਕੁੜੀਆਂ ਨੂੰ ਘੱਟ ਪੜ੍ਹਾਇਆ। ਵੱਡੀ ਤੇ ਉਂਝ ਹੀ 8 ਪੜ੍ਹ ਕੇ ਹਟ ਗਈ ਤੇ ਇਹ ਪੜ੍ਹਦੀ ਸੀ। ਇਹਨੂੰ ਵੀ 10ਵੀਂ ਤੋਂ ਬਾਅਦ ਹਟਾ ਲਿਆ। ਪਿਓ ਸਿਰ ਤੇ ਨਹੀਂ ਸੀ ਤੇ ਜ਼ਮਾਨੇ ਤੋਂ ਡਰਦਿਆਂ ਅੱਗੇ ਨਾ ਪੜ੍ਹਾਇਆ। ਮੁੰਡਿਆਂ ਨੂੰ ਪੜ੍ਹਾਇਆ, ਨੌਕਰੀ ਲਵਾਇਆ ਤੇ ਅੱਜ ਮੈਨੂੰ ਧੀ ਕੋਲ ਛੱਡ ਗਿਆ ਸਾਂਭਣ ਲਈ। ਨੂੰਹਾਂ ਪੁੱਤਰ ਕਹਿ ਦਿੰਦੇ ਨੇ ਸਾਡੇ ਤੋਂ ਨਹੀਂ ਸਾਂਭੀ ਜਾਂਦੀ, ਪਰ ਧੀ ਨੇ ਤਾਂ ਜਵਾਬ ਨਹੀਂ ਦਿੱਤਾ। ਮੀਤਾ ਕਹਿੰਦੀ, ਬੇਬੇ ਧੀਆਂ ਮਾਂ ਬਾਪ ਦਾ ਮੁੰਡਿਆਂ ਤੋਂ ਜ਼ਿਆਦਾ ਮੋਹ ਕਰਦੀਆਂ ਨੇ। ਬੇਬੇ, ਆਹੋ ਧੀਏ, ਜਿਨ੍ਹਾਂ ਨੂੰ ਲੋਕ ਵਿਗਾਨੀਆਂ ਕਹਿੰਦੇ ਨੇ, ਅੱਜ ਔਖੇ ਵੇਲੇ ਮੇਰੀ ਧੀ ਹੀ ਕੰਮ ਆਈ। ਹਰਵਿੰਦਰ ਰੋਂਦੀ ਹੋਈ ਕਹਿੰਦੀ ਹੈ, ਜੇ ਮੇਰੀ ਵੀ ਧੀ ਹੋ ਜਾਂਦੀ ਮੇਰਾ ਵੀ ਦੁੱਖ ਸੁੱਖ ਵੰਡਦੀ। ਮੀਤਾ, ਦੀਦੀ ਹੁਣ ਰੋਣ ਦਾ ਕੀ ਫਾਇਦਾ ਏ? ਉਦੋਂ ਤੂੰ ਆਪਣੀ ਧੀ ਦੇ ਲਈ ਅੜ ਜਾਂਦੀ, ਨਾ ਜਾਂਦੀ ਅਬੋਰਸ਼ਨ ਕਰਾਉਣ। ਕੁਝ ਨਹੀਂ ਕਰ ਸਕਦੇ ਸੀ ਤੇਰਾ। ਜੇ ਮੈਂ ਇੱਥੇ ਹੁੰਦੀ ਤਾਂ ਮੈਂ ਇਹ ਕੰਮ ਕਰਨ ਨਹੀਂ ਸੀ ਦੇਣਾ। ਨਹੀਂ ਮੀਤਾ, ਤੈਨੂੰ ਨਹੀਂ ਪਤਾ ਬੀਬੀ ਦਾ, ਇਹ ਮੁੰਡਿਆਂ ਨੂੰ ਮਗਰ ਲਾ ਲੈਂਦੀ ਏ। ਜੇ ਬੰਦਾ ਹੀ ਨਾ ਮੰਨੇ ਜਨਾਨੀ ਕੀ ਕਰੇ? ਮੀਤਾ, ਦੀਦੀ ਮੇਰੇ ਬਾਪੂ ਜੀ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ ਤੇ ਸਿੱਖਿਆ ਦਿੱਤੀ ਕਿ ਜਿਹੜਾ ਗਲਤ ਦੇ ਖਿਲਾਫ ਨਾ ਬੋਲੇ ਉਹ ਕਾਇਰ ਹੁੰਦਾ। ਜਦੋਂ ਤੁਸੀਂ ਸੱਚਾਈ ਤੇ ਚੱਲਦੇ ਹੋ ਤਾਂ ਪਰਮਾਤਮਾ ਵੀ ਤੁਹਾਡਾ ਸਾਥ ਦਿੰਦਾ। ਹਰਵਿੰਦਰ, ਮੈਨੂੰ ਤਾਂ ਡਰ ਲੱਗਦਾ ਹੈ। ਪਿਓ ਮੇਰਾ ਹੈ ਨਹੀਂ, ਭਰਾਵਾਂ ਨੂੰ ਤੂੰ ਵੇਖ ਹੀ ਲਿਆ, ਜਿਹੜੇ ਮਾਂ ਨੂੰ ਨਹੀਂ ਸਾਂਭਦੇ
ਉਹ ਮੇਰੇ ਨਾਲ ਕੀ ਖਲੋਣਗੇ? ਮਾਂ ਵਿਚਾਰੀ ਕੀ ਕਰੇਗੀ? ਆਹੋ ਦੀਦੀ, ਇਹ ਵੀ ਹੈ, ਤੂੰ ਵੀ ਸੱਚੀ ਹੈ, ਮੀਤਾ ਕਹਿੰਦੀ। ਹਰਵਿੰਦਰ, ਹਾਂ ਬੀਬੀ ਨੇ ਤਾਂ ਆ ਕੇ ਮੈਨੂੰ ਬੇਬੇ ਪਿੱਛੇ ਕਈ ਮਿਹਣੇ ਮਾਰਨੇ ਨੇ, ਤੂੰ ਫਿਕਰ ਨਾ ਕਰ, ਮੇਰੀ ਵੀ ਮਾਂ ਏ, ਆਪਾਂ ਦੋਵੇਂ ਰਲ ਕੇ ਮਾਂ ਨੂੰ ਸਾਂਭ ਲਵਾਂਗੇ। ਇੰਨੇ ਨੂੰ ਧਰਮਵੀਰ ਆ ਜਾਂਦਾ। ਕਿਹਨੂੰ ਸਾਂਭਣਾ ਤੁਸੀਂ ਰਲ ਕੇ? ਤੇ ਅੱਗੇ ਆਪਣੀ ਸੱਸ ਨੂੰ ਵੇਖ ਕੇ, ਅੱਛਾ ਬੇਬੇ ਆਈਏ, ਮੱਥਾ ਟੇਕਦਾ ਬੇਬੇ, ਉਸ ਦੇ ਗੋਡੇ ਹੱਥ ਲਾਉਂਦਾ ਹੈ। ਬੇਬੇ, ਜਿਉਂਦਾ ਰਹਿ ਪੁੱਤਰ, ਵੱਡੀ ਉਮਰ ਹੋਵੇ। ਆ ਕਿਵੇਂ ਬੇਬੇ, ਸੱਟ ਲਵਾ ਲਈ ਆ? ਧਰਮਵੀਰ ਕਹਿੰਦਾ। ਬੇਬੇ, ਗੁਸਲਖਾਨੇ 'ਚ ਡਿੱਗ ਪਈ ਸੀ ਪੁੱਤਰ। ਹਰਵਿੰਦਰ, ਆ ਪਾਣੀ ਲਓ ਜੀ। ਧਰਮਵੀਰ ਨੂੰ ਪਾਣੀ ਦਾ ਗਲਾਸ ਦਿੰਦੀ ਹੈ। ਪਾਣੀ ਪੀ ਕੇ ਧਰਮਵੀਰ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਹਰਵਿੰਦਰ ਵੀ ਉਸਨੂੰ ਕੱਪੜੇ ਦੇਣ ਜਾਂਦੀ ਹੈ। ਇਹਨੂੰ ਕੌਣ ਛੱਡ ਗਿਆ? ਧਰਮਵੀਰ ਪੁੱਛਦਾ। ਛੋਟਾ ਵੀਰ ਆਇਆ ਸੀ, ਹਰਵਿੰਦਰ ਕਹਿੰਦੀ। ਆਪ ਕੰਜਰਾਂ ਤੋਂ ਸਾਂਭੀ ਨਹੀਂ ਜਾਂਦੀ, ਇੱਥੇ ਸਾਡੇ ਵਾਸਤੇ ਵਕਤ ਪਾ ਦਿੱਤਾ, ਧਰਮਵੀਰ ਕਹਿੰਦਾ। ਹਰਵਿੰਦਰ, ਹੁਣ ਕੀ ਕਰਾਂ, ਮਾਂ ਏ, ਨੂੰਹਾਂ ਨਾ ਸਾਂਭਣ, ਮੈਂ ਤੇ ਨਹੀਂ ਛੱਡ ਸਕਦੀ। ਆਹੋ, ਤੂੰ ਕਰ ਸੇਵਾ, ਆਪਣਾ ਕੰਮ ਭਾਵੇਂ ਨਾ ਕਰੀ। ਹਰਵਿੰਦਰ ਚੁੱਪ ਕਰਕੇ ਬਾਹਰ ਚਲੀ ਜਾਂਦੀ ਹੈ। ਇੰਨੇ ਨੂੰ ਜਗਸੀਰ ਵੀ ਆ ਜਾਂਦਾ ਹੈ। ਮੀਤਾ ਗੇਟ ਖੋਲ੍ਹਦੀ ਆ ਤਾਂ ਅੰਦਰ ਕਿਸੇ ਨੂੰ ਬੈਠਾ ਵੇਖ ਕੇ ਪੁੱਛਦਾ ਹੈ ਕਿ ਬੀਬੀ ਹੋਰੀ ਆ ਗਏ ਨੇ? ਨਹੀਂ, ਉਹ ਤਾਂ ਦੀਦੀ ਦੀ ਮੰਮੀ ਆਏ ਨੇ, ਮੀਤਾ ਕਹਿੰਦੀ। ਜਗਸੀਰ ਵੀ ਆ ਕੇ ਮਿਲਦਾ। ਮਾਸੀ ਜੀ ਸਤਿ ਸ਼੍ਰੀ ਅਕਾਲ। ਆ ਸੱਟ ਲੱਗ ਗਈ ਮਾਸੀ ਜੀ? ਮੀਤਾ, ਉਹ ਗੁਸਲਖਾਨੇ ਵਿੱਚ ਡਿੱਗ ਪਏ ਸੀ। ਬੇਬੇ, ਜਿਉਂਦਾ ਰਹਿ ਪੁੱਤਰ, ਹੋ ਠੀਕ ਹੈ? ਹਾਂਜੀ ਮਾਸੀ ਜੀ, ਕਹਿ ਕੇ ਜਗਸੀਰ ਵੀ ਚਲਾ ਗਿਆ। ਬੇਬੇ ਸ਼ਰਮ ਜਿਹੀ ਮਹਿਸੂਸ ਕਰਦੀ ਹੈ ਕਿ ਜਿਹੜਾ ਆਉਂਦਾ ਉਹੀ ਪੁੱਛਦਾ ਸੱਟ ਦਾ, ਤੇ ਬਾਂਹ ਉੱਪਰ ਦੁਪੱਟਾ ਦੇ ਲੈਂਦੀ ਆ। ਮੀਤਾ ਹਰਵਿੰਦਰ ਦੇ ਨਾਲ ਬੇਬੇ ਦੀ ਸਾਂਭ ਸੰਭਾਲ ਵਿੱਚ ਮਦਦ ਕਰਦੀ। ਉਂਝ ਵੀ ਕੰਮ ਵਾਹਵਾ ਹੋ ਜਾਂਦਾ ਸੀ। ਸਵੇਰੇ ਸਾਰਿਆਂ ਜਾਣਾ ਹੁੰਦਾ ਸੀ। ਦੋਵੇਂ ਜਣੀਆਂ ਕਾਹਲੀ ਵਿੱਚ ਕੰਮ ਕਰਦੀਆਂ ਤਾਂ ਸਵੇਰੇ ਸਾਰਾ ਕੰਮ ਹੁੰਦਾ। ਅੱਜ ਮੀਤਾ ਹਰਵਿੰਦਰ ਨੂੰ ਕਹਿਣ ਲੱਗੀ, ਦੀਦੀ ਮੇਰੇ ਨਾ ਪੇਟ ਵਿੱਚ ਦਰਦ ਹੁੰਦਾ ਥੋੜ੍ਹਾ ਥੋੜ੍ਹਾ। ਹਰਵਿੰਦਰ ਕਹਿੰਦੀ, ਤੂੰ ਨਾ ਭਾਰਾ ਕੰਮ ਨਾ ਕਰ, ਸ਼ਾਮ ਨੂੰ ਜਗਸੀਰ ਆਏਗਾ ਤਾਂ ਡਾਕਟਰ ਨੂੰ ਦਿਖਾ ਆਵੀਂ, ਆਰਾਮ ਕਰ ਲੈ ਤੂੰ ਹੁਣ। ਮੀਤਾ ਕਹਿੰਦੀ, ਦੀਦੀ ਮੈਂ ਚੁੱਲ੍ਹੇ ਕੋਲ ਬੈਠ ਕੇ ਫੁਲਕੇ ਲਾ ਦਿੰਦੀ ਹਾਂ, ਤੁਸੀਂ ਹੋਰ ਕੰਮ ਕਰ ਲਓ। ਮੀਤਾ ਫੁਲਕੇ ਲਾ ਰਹੀ ਹੁੰਦੀ ਆ ਤਾਂ ਦਰਸ਼ਨ ਸਿੰਘ ਤੇ ਅਮਰ ਕੌਰ ਵੀ ਆ ਜਾਂਦੇ ਹਨ। ਹਰਵਿੰਦਰ ਤੇ ਮੀਤਾ ਉਹਨਾਂ ਨੂੰ ਮੱਥਾ ਟੇਕਦੀਆਂ ਨੇ ਤੇ ਉਹ ਉਹਨਾਂ ਨੂੰ ਪਿਆਰ ਦਿੰਦੇ ਹਨ। ਕੁੜਮਣੀ ਨੂੰ ਬੈਠੇ ਵੇਖ ਕੇ ਅਮਰ ਕੌਰ ਕਹਿੰਦੀ, ਭੈਣ ਜੀ ਤੁਸੀਂ ਕਦੋਂ ਆਏ ਹੋ? ਜਦੋਂ ਉਹਦੀ ਬਾਂਹ ਵੱਲ ਵੇਖਦੀ ਏ ਤਾਂ ਕਹਿੰਦੀ ਏ, ਆ ਕੀ ਹੋਇਆ ਜੇ ਬਾਂਹ 'ਤੇ? ਹਰਨਾਮ ਕੌਰ, ਭੈਣ ਜੀ ਡਿੱਗ ਕੇ ਬਾਂਹ ਟੁੱਟ ਗਈ ਸੀ। ਅਮਰ ਕੌਰ ਵੇਖ ਕੇ ਭੈੜਾ ਜਿਹਾ ਮੂੰਹ ਕਰਕੇ ਕਹਿੰਦੀ, ਇਹ ਤਾਂ ਵਕਤ ਹੀ ਬਣ ਗਿਆ ਤੁਹਾਨੂੰ। ਹਰਨਾਮ ਕੌਰ ਉਹਦੇ ਪੇਕਿਆਂ ਦਾ ਹਾਲ ਪੁੱਛਦੀ ਆ। ਅਮਰ ਕੌਰ ਕਹਿੰਦੀ, ਠੀਕ ਨੇ ਸਾਰੇ, ਵੱਡੇ ਭਰਾ ਦਾ ਸਾਲਾ ਪੂਰਾ ਹੋ ਗਿਆ ਸੀ ਤੇ ਅਸੀਂ ਕਿਹਾ ਭੋਗ 'ਤੇ ਜਾ ਆਉਂਦੇ ਹਾਂ, ਸਾਰੇ ਮੱਥੇ ਲੱਗ ਪੈਂਦੇ ਨੇ। ਗੁਰਪ੍ਰੀਤ ਸਕੂਲੋਂ ਆਈ ਤਾਂ ਅਮਰ ਕੌਰ ਨੇ ਉਹਨੂੰ ਘੁੱਟ ਕੇ ਜੱਫੀ ਵਿੱਚ ਲੈ ਲਿਆ। ਮੇਰੀ ਧੀ ਤੇ ਉੱਧਰ ਗਈ ਹੋਣੀ ਏ। ਗੁਰਪ੍ਰੀਤ ਕਹਿੰਦੀ, ਸੱਚੀ ਬੇਬੀ ਦਿਲ ਨਹੀਂ ਸੀ ਲੱਗਦਾ ਤੇਰੇ ਬਿਨਾਂ। ਹਰਵਿੰਦਰ ਸੋਚਦੀ ਏ, ਆਪਣੀ ਧੀ ਨਾਲ ਵੇਖ ਕਿਵੇਂ ਲਾੜ ਆਉਂਦੇ ਨੇ। ਮੇਰੀ ਵਾਰ ਇਹਨੂੰ ਕੁੜੀ ਦੇ ਨਾਂ 'ਤੇ ਸੂਲ ਪੈਂਦਾ ਸੀ। ਸ਼ਾਮ ਨੂੰ ਜਗਸੀਰ ਆਇਆ ਤਾਂ ਮੀਤਾ ਨੇ ਕਿਹਾ ਕਿ ਮੇਰੇ ਪੇਟ ਵਿੱਚ ਦੁਪਹਿਰ ਨੂੰ ਥੋੜ੍ਹਾ ਦਰਦ ਹੁੰਦਾ ਸੀ, ਡਾਕਟਰ ਨੂੰ ਵਿਖਾ ਆਈਏ। ਅਮਰ ਕੌਰ ਨੇ ਸੁਣਿਆ ਤਾਂ ਗੁੱਸੇ ਹੋਣ ਲੱਗੀ, ਕੋਈ ਭਾਰੀ ਚੀਜ਼ ਚੁੱਕੀ ਹੋਣੀ ਏ, ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਪਤਾ ਨਹੀਂ ਲੱਗਦਾ, ਜਾਂ ਵਿਖਾ ਲਿਆ ਡਾਕਟਰ ਨੂੰ। ਅਮਰ ਕੌਰ ਜਗਸੀਰ ਨੂੰ ਕਹਿੰਦੀ। ਮੀਤਾ ਤੇ ਜਗਸੀਰ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਜਦੋਂ ਪਰਚੀ ਬਣਾਈ, ਉਮਰ ਪੁੱਛੀ ਤਾਂ ਮੀਤਾ ਕਹਿੰਦੀ 18 ਸਾਲ। ਡਾਕਟਰ ਗੁੱਸੇ ਹੋਣ ਲੱਗੀ, ਤੁਹਾਨੂੰ ਲੋਕਾਂ ਨੂੰ ਬੱਚਿਆਂ ਦੀ ਬੜੀ ਕਾਹਲੀ ਹੁੰਦੀ ਏ, ਦਰਦ ਤੇ ਹੋਣਾ ਹੀ ਏ, 20 ਸਾਲ ਤੋਂ ਪਹਿਲਾਂ ਬੱਚਾ ਨਹੀਂ ਕਰਨਾ ਚਾਹੀਦਾ। ਤੁਹਾਡੇ ਪਿੰਡਾਂ ਵਾਲਿਆਂ ਦੇ ਮਾਂ-ਬਾਪ ਨੂੰ ਵਿਆਹ ਦੀ ਬੜੀ ਕਾਹਲੀ ਹੁੰਦੀ ਏ। ਕਿੰਨਾ ਪੜ੍ਹੀ ਹੋਈ ਏ ਬੇਟਾ? ਡਾਕਟਰ ਪੁੱਛਣ ਲੱਗੀ। ਮੀਤਾ, ਜੀ ਮੈਂ BA ਫਸਟ ਈਅਰ ਦੇ ਪੇਪਰ ਦਿੱਤੇ ਹਨ। ਹੁਣ ਪਿੰਡਾਂ ਵਾਲੇ ਲੋਕ ਤਾਂ ਪੜ੍ਹਨ ਵੀ ਨਹੀਂ ਦਿੰਦੇ ਕੁੜੀਆਂ ਨੂੰ, ਵਿਆਹ ਕੇ ਗਲੋਂ ਲਾਉਣ ਵਾਲੀ ਗੱਲ ਕਰਦੇ ਨੇ। ਡਾਕਟਰ ਨੇ ਜਗਸੀਰ ਨੂੰ ਕਿਹਾ, ਬੇਟਾ ਇਹਦੀ ਉਮਰ ਘੱਟ ਹੈ, ਬੱਚੇ ਦਾ ਨੀ ਕਮਜ਼ੋਰ ਹੁੰਦੀ ਏ, ਇਸ ਲਈ ਕੋਈ ਹਲਕਾ ਕੰਮ ਭਾਵੇਂ ਕਰ ਲੇ, ਨਹੀਂ ਬੈੱਡ ਰੈਸਟ ਕਰਨੀ ਏ। ਆਹ ਤਾਕਤ ਦੀਆਂ ਦਵਾਈਆਂ ਖਾਣੀਆਂ ਹਨ। ਡਾਕਟਰ ਨੂੰ ਵਿਖਾ ਕੇ ਜਗਸੀਰ ਤੇ ਮੀਤਾ ਘਰ ਆ ਜਾਂਦੇ ਹਨ ਤੇ ਅਮਰ ਕੌਰ ਨੂੰ ਦੱਸਦੇ ਹਨ।
ਅਮਰ ਕੌਰ ਕਹਿੰਦੀ, ਐਵੇਂ ਕਰਦੀਆਂ ਨੇ ਇਹ ਡਾਕਟਰਾਂ। ਪਹਿਲਾਂ ਲੋਕ 14-15 ਸਾਲ ਦੀ ਕੁੜੀ ਦਾ ਵਿਆਹ ਕਰ ਦਿੰਦੇ ਸਨ, ਉਦੋਂ ਤੇ ਕੁਝ ਨਹੀਂ ਹੁੰਦਾ ਸੀ। ਜਗਸੀਰ, ਬੀਬੀ ਜਦੋਂ ਤੂੰ ਆਪ ਹੀ ਸਿਆਣੀ ਡਾਕਟਰ ਆ ਤੇ ਫਿਰ ਮੈਨੂੰ ਡਾਕਟਰ ਕੋਲ ਕਿਉਂ ਭੇਜਿਆ? ਜੋ ਉਹਨੇ ਕਿਹਾ ਮੈਂ ਦੱਸ ਦਿੱਤਾ, ਅੱਗੋਂ ਤੇਰੀ ਮਰਜ਼ੀ ਏ, ਜੋ ਕਰਨਾ ਏ ਕਰ। ਆ ਕੁੜੀ ਨੂੰ ਨਾਲ ਕੰਮ ਲਾ ਲਿਆ ਕਰ, ਕੋਈ ਅਕਲ ਆਵੇ ਇਹਨੂੰ ਵੀ। ਪੜ੍ਹਨਾ ਇਹਨੇ ਹੈ ਨਹੀਂ, 10ਵੀਂ 'ਚ ਫੇਲ ਹੋ ਦੁਬਾਰਾ ਕਿਹੜਾ ਪਾਸ ਹੋ ਜਾਣਾ ਇਹਨੇ। ਕੁੜੀ ਪੜ੍ਹਦੀ ਚੰਗੀ ਨਹੀਂ ਲੱਗਦੀ, ਆਪਣੀ ਵਹੁਟੀ ਨੂੰ ਪੜ੍ਹਾ ਲਾ ਤੂੰ। ਮੈਂ ਹੀ ਦੁਬਾਰਾ 10ਵੀਂ ਦਾ ਦਾਖਲਾ ਭਰ ਕੇ ਆਇਆ, ਜੇ ਪਾਸ ਹੋਵੇਗੀ ਤਾਂ ਹੀ ਏ। ਦਰਸ਼ਨ ਸਿੰਘ ਅਮਰ ਕੌਰ ਨੂੰ ਕਹਿੰਦਾ, ਸਹੀ ਕਹਿੰਦਾ ਮੁੰਡਾ, ਕੁੜੀ ਨੂੰ ਕੰਮ ਸਿਖਾਇਆ ਕਰ। ਮੀਤਾ ਜਗਸੀਰ ਨੂੰ ਕਹਿੰਦੀ, ਤੁਸੀਂ ਕਿਉਂ ਮੰਮੀ ਜੀ ਨੂੰ ਐਵੇਂ ਕਹਿੰਦੇ ਹੋ? ਤੁਹਾਨੂੰ ਨਹੀਂ ਪਤਾ ਬੀਬੀ ਦਾ, ਇਹ ਕਿਸੇ ਦੀ ਗੱਲ ਸੁਣਦੀ ਕਿੱਥੇ ਆ, ਆਪਣੀ ਹੀ ਚਲਾਈ ਜਾਂਦੀ ਏ, ਭਾਵੇਂ ਗਲਤ ਹੀ ਹੋਵੇ। ਜਗਸੀਰ ਮੀਤਾ ਨੂੰ ਕਹਿੰਦਾ ਕਿ ਤੂੰ ਆਪਣਾ ਖਿਆਲ ਆਪ ਰੱਖਣਾ ਏ, ਥੋੜ੍ਹਾ ਜਿਹਾ ਹੌਲਾ ਕੰਮ ਕਰ ਲਿਆ ਕਰ। ਜਗਸੀਰ ਨੂੰ ਪਤਾ ਸੀ ਕਿ ਮੀਤਾ ਕੰਮ ਨੂੰ ਭੱਜ ਪੈਂਦੀ ਹੈ। ਜਗਸੀਰ ਡਿਊਟੀ ਚਲਾ ਗਿਆ ਤਾਂ ਮੀਤਾ ਹਰਵਿੰਦਰ ਨੂੰ ਕਹਿੰਦੀ, ਦੀਦੀ ਲਿਆਓ, ਮੈਂ ਭਾਂਡੇ ਧੋ ਦਿੰਦੀ ਹਾਂ, ਤੁਸੀਂ ਝਾੜੂ ਪੋਚਾ ਕਰ ਲਓ। ਕੰਮ ਨਿਬੇੜ ਕੇ ਹਰਵਿੰਦਰ ਬੇਬੇ ਨੂੰ ਨਵਾਉਣ ਲੱਗੀ ਤਾਂ ਮੀਤਾ ਕੋਲ ਮਦਦ ਕਰਨ ਲੱਗੀ। ਅਮਰ ਕੌਰ ਮੀਤਾ ਨੂੰ ਕਹਿੰਦੀ, ਹੁਣ ਐਵੇਂ ਨਾ ਬਹੁਤੀ ਚੰਗੀ ਬਣ ਕੇ ਵਿਖਾ, ਆਪਣੀ ਮਾਂ ਨੂੰ ਉਹ ਸਾਂਭ ਲਵੇਗੀ। ਜਿੰਨਾ ਸਾਂਭਣੀ ਏ ਉਹ ਤਾਂ ਸਾਂਭਦੇ ਨਹੀਂ, ਦੂਜਿਆਂ ਨੂੰ ਵਕਤ ਪਾ ਛੱਡਦੇ ਨੇ, ਜਿਵੇਂ ਇਹਨੇ ਆਪਣੇ ਘਰ ਦਾ ਕੰਮ ਨਹੀਂ ਕਰਨਾ। ਬੜੇ ਬਣੇ ਨੇ ਨਾਡੂ ਖਾਂ ਦੋਵੇਂ ਭਰਾ, ਜਨਾਨੀਆਂ ਨਹੀਂ ਕਾਬੂ ਆਉਂਦੀਆਂ ਇਹਨਾਂ ਦੇ। ਇੰਨਾ ਵੀ ਨਹੀਂ ਵੀ ਮਾਂ ਨੂੰ 2 ਰੋਟੀਆਂ ਹੀ ਪਕਾ ਕੇ ਦੇ ਦੇਣ, ਆਪ ਪਕਾਉਂਦੀ ਏ ਐਸ਼ ਉਮਰ ਵਿੱਚ ਵੀ। ਅਮਰ ਕੌਰ ਬੋਲੀ ਜਾ ਰਹੀ ਸੀ। ਹਰਨਾਮ ਕੌਰ ਕਹਿੰਦੀ, ਭੈਣ ਜਦੋਂ ਭੈੜੀਆਂ ਟੱਕਰ ਜਾਣ ਤਾਂ ਧੱਕੇ ਹੀ ਹੁੰਦੇ ਨੇ, ਲਾ ਹੀ ਦਿੰਦੀ ਸਾਂ ਆਪਣੀਆਂ 2 ਰੋਟੀਆਂ, ਆ ਡਿੱਗ ਕੇ ਵਕਤ ਪੈ ਗਿਆ। ਹਰਵਿੰਦਰ ਮੀਤਾ ਨੂੰ ਕਹਿੰਦੀ, ਤੂੰ ਰਹਿਣ ਦੇ, ਮੈਂ ਨਵਾ ਦਿੰਦੀ ਹਾਂ। ਇਹਨਾਂ ਗੱਲਾਂ ਤੋਂ ਡਰਦੀ ਹੀ ਮੈਂ ਵੀਰ ਨੂੰ ਕਹਿੰਦੀ ਸੀ, ਧੀ ਦੇ ਬੂਹੇ ਬੈਠਿਆਂ ਮਾਂ ਨੂੰ ਇਹ ਗੱਲਾਂ ਨਾ ਸੁਣਨੀਆਂ ਪੈਣ। ਮੀਤਾ ਕਹਿੰਦੀ, ਦੀਦੀ ਕੋਈ ਗੱਲ ਨਹੀਂ, ਮੰਮੀ ਦਾ ਤਾਂ ਸੁਭਾਅ ਹੀ ਏ, ਮਾਂ ਇਹ ਪੁੱਤਰਾਂ ਨੇ ਨਾ ਸਾਂਭੀ ਤਾਂ ਧੀਆਂ ਨੇ ਸਾਂਭ ਲਈ। ਜਨਮ ਦੋਵਾਂ ਨੂੰ ਹੀ ਦਿੱਤਾ ਏ ਮਾਂ ਨੇ, ਧੀਆਂ ਨੂੰ ਵੀ ਪਾਲ ਪੂਸ ਕੇ ਪੜ੍ਹਾ ਲਿਖਾ ਕੇ ਇੰਨਾ ਖਰਚਾ ਕਰਕੇ ਵਿਆਹਿਆ। ਜੇ ਧੀਆਂ ਸਾਂਭਣ, ਮਾਂ-ਬਾਪ ਤਾਂ ਮਿਹਣਾ ਕਾਹਦਾ ਏ? ਹਰਨਾਮ ਕੌਰ ਕਹਿੰਦੀ, ਧੀਏ ਤੂੰ ਕਿੰਨੀਆਂ ਸੋਹਣੀਆਂ ਗੱਲਾਂ ਕਰਦੀ ਏ, ਕਿੱਥੋਂ ਸਿੱਖਿਆ ਤੂੰ ਇੰਨਾ ਕੁਝ? ਮੀਤਾ ਕਹਿੰਦੀ, ਬੇਬੇ ਮੇਰੇ ਬਾਪੂ ਜੀ ਦਾ ਮੇਰੇ ਨਾਲ ਬੜਾ ਪਿਆਰ ਸੀ, ਉਹ ਮੈਨੂੰ ਗੁਰਬਾਣੀ ਸਿਖਾਉਂਦੇ, ਨਾਲੇ ਬਹੁਤ ਸਿੱਖਿਆਦਾਇਕ ਗੱਲਾਂ ਦੱਸਦੇ, ਪਰ ਉਹਨਾਂ ਨੇ ਮੇਰਾ ਵਿਆਹ ਨਹੀਂ ਸੀ ਵੇਖਣਾ। 1 ਮਹੀਨਾ ਪਹਿਲਾਂ ਹੀ ਸਾਨੂੰ ਛੱਡ ਕੇ ਪਰਮਾਤਮਾ ਕੋਲ ਚਲੇ ਗਏ। ਉਂਝ ਵੀ ਸਾਡਾ ਸਾਂਝਾ ਪਰਿਵਾਰ ਹੈ, ਸਾਰੇ ਰਲ ਮਿਲ ਕੇ ਪਿਆਰ ਨਾਲ ਰਹਿੰਦੇ ਹਾਂ। ਮੈਨੂੰ ਤੇ ਤੂੰ ਮੇਰੀਆਂ ਧੀਆਂ ਤੋਂ ਵੀ ਚੰਗੀ ਲੱਗਦੀ ਏ, ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ। ਹਰਨਾਮ ਕੌਰ ਮੀਤਾ ਦੇ ਸਿਰ ਤੇ ਪਿਆਰ ਦਿੰਦੀ ਆ, ਪਰ ਮੈਨੂੰ ਮੇਰੀ ਗਲਤੀ ਦੀ ਸਜ਼ਾ ਦਿੰਦਾ ਪਿਆ ਏ ਰੱਬ। ਮੈਂ ਧੀਆਂ ਨੂੰ ਸਮਝਦੀ ਰਹੀ ਕਿ ਨਾ ਪਰਾਈ ਘਰ ਜਾਣਾ, ਪੁੱਤਰਾਂ ਦਾ ਜ਼ਿਆਦਾ ਕਰਦੀ ਰਹੀ। ਹਰਵਿੰਦਰ 10ਵੀਂ ਤੋਂ ਬਾਅਦ ਮੈਨੂੰ ਕਹੇ ਮੈਂ ਅੱਗੇ ਪੜ੍ਹਨਾ, ਮੇਰੀਆਂ ਸਹੇਲੀਆਂ ਵੀ ਪੜ੍ਹਦੀਆਂ ਨੇ, ਪਰ ਮੈਂ ਮੁੰਡਿਆਂ ਨੂੰ ਪੜ੍ਹਾਈ ਗਈ ਤੇ ਇਹਨੂੰ ਅੱਗੇ ਨਾ ਪੜ੍ਹਾਇਆ। ਅੱਜ ਇਹੀ ਮੈਨੂੰ ਸਾਂਭਦੀ ਪਈ ਏ, ਬੋਝ ਬਣੀ ਆ ਮੈਂ ਇਹਦੇ ਤੇ, ਭਾਵੇਂ ਸੱਸ ਗੱਲਾਂ ਹੀ ਕਰਦੀ ਏ, ਮੁੰਡੇ ਨਹੀਂ, ਤੇ ਰੋਣ ਲੱਗ ਪਈ। ਹਰਵਿੰਦਰ ਵੀ ਰੋ ਪਈ। ਬੇਬੇ ਕਾਹਨੂੰ ਮਨ ਹੌਲਾ ਕਰਦੀ ਏ, ਚੁੱਪ ਕਰ, ਮੈਂ ਹੈ ਵਾਂ ਤੇਰੀ ਧੀ। ਮੀਤਾ ਵੀ ਕਹਿੰਦੀ, ਬੇਬੇ ਅੱਜ ਤੋਂ ਬਾਅਦ ਨਹੀਂ ਰੋਣਾ, ਅਸੀਂ ਤੇਰੀਆਂ ਧੀਆਂ, ਕੋਈ ਬੋਝ ਨਹੀਂ ਤੂੰ ਸਾਡੇ ਤੇ। ਅਮਰ ਕੌਰ ਅੰਦਰ ਆਉਂਦੀ ਹੋਈ ਕਹਿੰਦੀ ਹੈ, ਸੱਚ ਹੀ ਕਹਿੰਦੀ ਏ ਭੈਣ, ਪਹਿਲੇ ਜ਼ਮਾਨੇ ਵਿੱਚ ਲੋਕ ਧੀ ਦੇ ਘਰ ਦਾ ਪਾਣੀ ਵੀ ਨਹੀਂ ਸੀ ਪੀਂਦੇ, ਹੁਣ ਤਾਂ ਚਲੋ ਜ਼ਮਾਨਾ ਹੀ ਬਦਲ ਗਿਆ। ਮੰਮੀ ਜੀ, ਅੱਜ ਕੱਲ੍ਹ ਧੀਆਂ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਹੁੰਦਾ, ਪਹਿਲਾਂ ਹੀ ਲੋਕ ਕਰਦੇ ਸਨ। ਮੀਤਾ ਨੇ ਕਿਹਾ, ਤੇਰੀ ਜਵਾਨ ਕੁਝ ਜ਼ਿਆਦਾ ਹੀ ਨਹੀਂ ਚੱਲਦੀ, 4 ਦਿਨ ਅਜੇ ਹੋਏ ਨਹੀਂ ਆਈ ਨੂੰ, ਬਹੁਤਾ ਗਿਆਨ ਵੰਡਦੀ ਫਿਰਦੀ ਏ। ਉਹ ਵੱਡੀ ਤੇ ਅੱਜ ਤੱਕ ਨਹੀਂ ਮੇਰੇ ਅੱਗੇ ਬੋਲੀ, 5 ਸਾਲ ਹੋ ਗਏ ਨੇ ਵਿਆਹੀ ਨੂੰ, ਤੂੰ 5 ਮਹੀਨੇ 'ਚ ਹੀ ਨਹੀਂ ਮਾਣ ਹੈਗੀ। ਮੀਤਾ ਕੁਝ ਨਹੀਂ ਬੋਲਦੀ ਤੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਏ। ਸੋਚਦੀ ਏ ਦੀਦੀ ਸੱਚ ਹੀ ਕਹਿੰਦੀ ਸੀ ਮੰਮੀ ਬਾਰੇ। ਸ਼ਾਮ ਨੂੰ ਜਦੋਂ ਜਗਸੀਰ ਆਇਆ ਤਾਂ ਚਾਹ ਪਾਣੀ ਪੀ ਕੇ ਆ ਕੇ ਅਮਰ ਕੋਲ ਬੈਠਿਆ ਤਾਂ ਉਹ ਜਗਸੀਰ ਨੂੰ ਕਹਿੰਦੀ, ਗੱਲ ਸੁਣ ਮੇਰੀ ਮੁੰਡਿਆ, ਤੂੰ ਆਪਣੀ ਬੋਟੀ ਨੂੰ ਜ਼ਿਆਦਾ ਹੀ ਸਿਰ ਚੜ੍ਹਾ ਰਿਹਾ,
ਵੱਡੀ ਮੇਰੇ ਸਾਹਮਣੇ ਅੱਜ ਤੱਕ ਨਹੀਂ ਬੋਲਦੀ। ਧਰਮ ਨੇ ਪੂਰੀ ਦਬਾ ਕੇ ਰੱਖੀ ਏ, ਤੇਰੇ ਵਾਲੀ ਮੈਨੂੰ ਹੁਣੇ ਜਵਾਬ ਦੇਣ ਲੱਗ ਪਈ ਏ। ਜਗਸੀਰ ਕਹਿੰਦਾ, ਕੀ ਕਹਿੰਦੀ ਏ ਤੈਨੂੰ? ਕਹਿਣਾ ਕੀ ਏ? ਜੇ ਮੈਂ ਕੋਈ ਗੱਲ ਕਰਾਂ ਤਾਂ ਕਹਿੰਦੀ, ਅੱਗੋਂ ਟੋਕਦੀ ਏ। ਨਹੀਂ ਮੰਮੀ, ਇੰਜ ਹੁੰਦਾ। ਮੰਮੀ ਜੀ ਬੋਲ ਕੇ ਨਾਲ ਮੇਰੀ ਇੱਜ਼ਤ ਕਰ ਛੱਡਦੀ ਏ। ਅਮਰ ਕੌਰ ਕਹਿੰਦੀ, ਚੱਲ ਸਮਝਾ ਦਿਆਂਗਾ, ਹੁਣ ਨਹੀਂ ਕਰਦੀ। ਰਾਤ ਰੋਟੀ ਖਾ ਕੇ ਜਗਸੀਰ ਮੀਤਾ ਨੂੰ ਕਹਿੰਦਾ, ਮੈਨੂੰ ਖਿਆਲ 'ਚ ਨਹੀਂ ਰਿਹਾ ਦੱਸਣਾ। ਜਗਮੀਤ ਦਾ ਬੈਂਕ ਵਿੱਚ ਫੋਨ ਆਇਆ ਸੀ, ਕਹਿੰਦਾ ਬੀਜੀ ਬਿਮਾਰ ਨੇ, ਉਹ ਕਹਿੰਦੇ ਮੈਨੂੰ ਮਿਲ ਕੇ ਜਾਇਓ। ਮੀਤਾ ਕਹਿੰਦੀ, ਬੀਜੀ ਨੂੰ ਕੀ ਹੋਇਆ? ਜਗਸੀਰ ਕਹਿੰਦਾ, ਉਂਝ ਥੋੜ੍ਹੇ ਢਿੱਲੇ ਨੇ, ਮੈਂ ਕੱਲ੍ਹ ਅੱਧਾ ਦਿਨ ਲਾ ਕੇ ਆ ਜਾਵਾਂਗਾ, ਆਪਾਂ ਪਤਾ ਲੈ ਆਵਾਂਗੇ। ਮੀਤਾ ਦਾ ਬੀਜੀ ਨਾਲ ਮਾਮਾ ਵਰਗਾ ਪਿਆਰ ਸੀ, ਉਹ ਬੀਜੀ ਬਾਰੇ ਹੀ ਸੋਚਦੀ ਰਹੀ। ਸਵੇਰੇ ਜਗਸੀਰ ਬੈਂਕ ਜਾਣ ਲੱਗਾ ਤਾਂ ਮੀਤਾ ਨੂੰ ਕਹਿੰਦਾ ਕਿ ਮੈਂ 2 ਵਜੇ ਆ ਜਾਵਾਂਗਾ, ਤੂੰ ਤਿਆਰ ਰਹੀਂ, ਆਪਾਂ ਬੀਜੀ ਦਾ ਪਤਾ ਲੈ ਆਵਾਂਗੇ। ਜੇ ਤੇਰਾ ਰਹਿਣ ਦਾ ਮਨ ਏ ਤਾਂ ਕੱਪੜੇ ਵੀ ਪਾ ਲਈ ਬੈਗ 'ਚ, ਤੈਨੂੰ ਛੱਡ ਆਵਾਂਗਾ ਕੁਝ ਦਿਨ। ਮੀਤਾ ਨੇ 3-4 ਸੂਟ ਬੈਗ ਵਿੱਚ ਪਾ ਲਏ ਤੇ 1 ਵਜੇ ਤੱਕ ਹਰਵਿੰਦਰ ਨਾਲ ਰੋਟੀ ਪਕਵਾ ਕੇ ਤਿਆਰ ਹੋਣ ਲੱਗ ਪਈ। ਮੀਤਾ ਤਿਆਰ ਹੋਈ ਹੀ ਸੀ ਕਿ ਜਗਸੀਰ ਆ ਗਿਆ। ਮੀਤਾ ਉਸ ਲਈ ਰੋਟੀ ਲੈ ਆਈ। ਰੋਟੀ ਖਾ ਕੇ ਉਹ ਚੱਲ ਪਏ। ਮੀਤਾ ਨੇ ਕੱਪੜਿਆਂ ਵਾਲਾ ਬੈਗ ਸਕੂਟਰ ਦੇ ਅੱਗੇ ਰੱਖ ਲਿਆ ਤੇ ਆ ਪਿੱਛੋਂ ਦੀ ਬਾਂਹ ਜਗਦੀਰ ਦੇ ਲੱਕ ਦੁਆਲੇ ਪਾ ਕੇ ਬੈਠ ਗਈ। ਅੱਜ ਜਗਸੀਰ ਮੀਤਾ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ ਸੀ। ਮੀਤਾ ਵੀ ਚੁੱਪ ਕਰਕੇ ਪਿੱਛੇ ਬੈਠੀ ਰਹੀ। ਨੇੜੇ ਜਿਹੇ ਆ ਕੇ ਜਗਸੀਰ ਮੀਤਾ ਨੂੰ ਕਹਿੰਦਾ, ਬੀਜੀ ਬਿਮਾਰ ਨਹੀਂ ਹੈਗੀ, ਮੈਂ ਤਾਂ ਉਂਝ ਹੀ ਕਿਹਾ ਸੀ, ਐਵੇਂ ਨਾ ਜਾ ਕੇ ਪੁੱਛਣ ਲੱਗ ਪਈ। ਉਂਝ ਹੀ ਕਿਉਂ ਝੂਠ ਬੋਲਿਆ ਤੁਸੀਂ? ਮੀਤਾ ਨੇ ਜਗਸੀਰ ਨੂੰ ਪੁੱਛਿਆ। ਜਗਸੀਰ ਕੁਝ ਨਾ ਬੋਲਿਆ। ਮੀਤਾ ਹੈਰਾਨ ਸੀ ਕਿ ਇਹਨਾਂ ਨੂੰ ਕੀ ਹੋਇਆ। ਇਹਨੇ ਨੂੰ ਘਰ ਪਹੁੰਚ ਗਏ ਤਾਂ ਸਾਰੇ ਵੇਖ ਕੇ ਬਹੁਤ ਹੈਰਾਨ ਹੋਏ। ਹੁਣ ਤਾਂ ਫੋਨ ਵੀ ਹੈ ਸੀ। ਜਗਸੀਰ ਤੁਸੀਂ ਫੋਨ ਵੀ ਨਹੀਂ ਕੀਤਾ, ਸਤਪਾਲ ਨੇ ਕਿਹਾ। ਇਹ ਤਾਂ ਕਿਤੋਂ ਜਾ ਕੇ ਆਏ ਨੇ, ਬੈਗ ਵੀ ਪਿਆ ਅੱਗੇ, ਸੁਖਜੀਤ ਚਾਤੀ ਕਹਿੰਦੀ। ਮਹਿੰਦਰ ਕੌਰ ਕਹਿੰਦੀ, ਚਲੋ ਤੁਸੀਂ ਚਾਹ ਪਾਣੀ ਲਿਆਓ, ਆਪੇ ਦੱਸਦੇ ਨੇ ਕਿੱਥੋਂ ਆਏ ਨੇ। ਚਾਹ ਪਾਣੀ ਪੀ ਕੇ ਜਗਸੀਰ ਮੀਤਾ ਨੂੰ ਦੂਜੇ ਕਮਰੇ ਵਿੱਚ ਬੁਲਾ ਕੇ ਕਹਿੰਦਾ, ਚੱਲ ਤੂੰ ਹੁਣ ਰਹਿ ਇੱਥੇ, ਮੈਂ ਚੱਲਦਾ। ਜਦੋਂ ਤੈਨੂੰ ਪਤਾ ਲੱਗ ਜੇ ਵੀ ਘਰ ਵਿੱਚ ਸੱਸ ਨਾਲ ਕਿਵੇਂ ਬੋਲੀਦਾ ਤੇ ਕਿਵੇਂ ਵੱਡਿਆਂ ਦੀ ਇੱਜ਼ਤ ਕਰੀਦੀ ਏ, ਉਦੋਂ ਆ ਜਾਵੀਂ। ਮੀਤਾ ਕਹਿੰਦੀ, ਮੈਂ ਕੀ ਕਿਹਾ ਮੰਮੀ ਜੀ ਨੂੰ? ਜੇ ਤੂੰ ਮੇਰੀ ਮਾਂ ਦੀ ਇੱਜ਼ਤ ਨਹੀਂ ਕਰ ਸਕਦੀ ਤਾਂ ਉਸ ਘਰ ਵਿੱਚ ਤੇਰੇ ਲਈ ਕੋਈ ਥਾਂ ਨਹੀਂ। ਮੀਤਾ ਕਹਿੰਦੀ, ਮੈਂ ਇੱਥੇ ਐਵੇਂ ਨਹੀਂ ਰਹਿਣਾ ਆਪਣੇ ਮਾਂ-ਬਾਪ ਕੋਲ, ਉਹ ਦੁਖੀ ਹੋਣਗੇ। ਜੋ ਵੀ ਗੱਲ ਹੈ ਉੱਥੇ ਜਾ ਕੇ ਕਰਾਂਗੇ, ਉੱਥੇ ਜਿਵੇਂ ਬੀਜੀ ਕਹੇਗੀ ਉਵੇਂ ਹੀ ਕਰਨਾ ਪੈਣਾ। ਜਗਸੀਰ ਕਹਿੰਦਾ, ਚਲੋ ਠੀਕ ਏ, ਮੀਤਾ ਨੇ ਕਿਹਾ। ਥੋੜ੍ਹੀ ਦੇਰ ਰੁਕ ਕੇ ਮੀਤਾ ਤੇ ਜਗਸੀਰ ਚੱਲ ਪਏ। ਕਹਿੰਦਾ, ਅਸੀਂ ਅੱਗੇ ਭੂਆ ਕੋਲ ਜਾਣਾ ਸੀ, ਕਿਆ ਤੁਹਾਨੂੰ ਮਿਲ ਚੱਲਦੇ ਹਾਂ। ਵਾਪਸ ਆਉਂਦੇ ਸਮੇਂ ਮੀਤਾ ਵੀ ਚੁੱਪ ਕਰਕੇ ਪਿੱਛੇ ਬੈਠੀ ਰਹੀ ਤੇ ਨਾ ਹੀ ਜਗਸੀਰ ਨੇ ਕੋਈ ਗੱਲ ਕੀਤੀ, ਕਿਉਂਕਿ ਅਮਰ ਕੌਰ ਨੇ ਜ਼ਹਿਰੀਲੇ ਸੱਪ ਵਾਂਗ ਉਹਨਾਂ ਦੋਵਾਂ ਦੀ ਜ਼ਿੰਦਗੀ ਵਿੱਚ ਜ਼ਹਿਰ ਭਰ ਦਿੱਤਾ ਸੀ ਤੇ ਹੱਸਦੇ ਵਸਦੇ ਨੂੰਹ ਪੁੱਤਰ ਦੇ ਦਿਲਾਂ ਵਿੱਚ ਫਰਕ ਪਾ ਦਿੱਤਾ ਸੀ। ਅੱਧਾ ਕੁ ਰਸਤਾ ਲੰਘ ਕੇ ਮੀਤਾ ਜਗਸੀਰ ਨੂੰ ਕਹਿੰਦੀ, ਸਕੂਟਰ ਰੋਕਿਓ ਜਰਾ। ਜਗਸੀਰ ਨੇ ਸਕੂਟਰ ਰੋਕਿਆ ਤਾਂ ਮੀਤਾ ਥੱਲੇ ਉਤਰ ਗਈ। ਜਗਸੀਰ ਕਹਿੰਦਾ, ਕੀ ਏ? ਮੀਤਾ ਕਹਿੰਦੀ, ਕੁਝ ਨਹੀਂ, ਤੁਸੀਂ ਜਾਓ। ਜਗਸੀਰ ਕਹਿੰਦਾ, ਕਿਉਂ? ਮੀਤਾ ਕਹਿੰਦੀ, ਤੁਸੀਂ ਤਾਂ ਆਪਣੇ ਵੱਲੋਂ ਮੈਨੂੰ ਛੱਡਣ ਹੀ ਆਏ ਸੀ, ਮੈਂ ਤਾਂ ਧੱਕੇ ਨਾਲ ਹੀ ਆਈ ਹਾਂ ਤੁਹਾਡੇ ਨਾਲ। ਜੇ ਮੇਰੇ ਲਈ ਤੁਹਾਡੇ ਦਿਲ ਵਿੱਚ ਕੋਈ ਜਗ੍ਹਾ ਨਹੀਂ ਆ ਤਾਂ ਮੈਂ ਕਿਉਂ ਜਾਵਾਂ ਤੁਹਾਡੇ ਨਾਲ? ਜੇ ਮੇਰੀ ਕੋਈ ਗਲਤੀ ਸੀ ਤਾਂ ਮੈਨੂੰ ਘਰ ਹੀ ਕਹਿੰਦੇ, ਜੇ ਮੈਂ ਨਾ ਮੰਨਦੀ ਤਾਂ ਮੈਨੂੰ ਛੱਡਣ ਵੀ ਆ ਜਾਂਦੇ ਤੇ ਫਿਰ ਉੱਥੇ ਹੀ ਰਹਿ ਜਾਣਾ ਸੀ। ਨਾਲ ਕਿਉਂ ਆਈ ਏ? ਜਗਸੀਰ ਕਹਿੰਦਾ। ਮੀਤਾ ਕਹਿੰਦੀ, ਮੇਰੇ ਮਾਂ-ਬਾਪ ਨੇ ਮੇਰਾ ਵਿਆਹ ਕਰਕੇ ਤੁਹਾਡੇ ਲੜ ਲਾਇਆ, ਹੁਣ ਮੈਂ ਫਿਰ ਉੱਥੇ ਜਾ ਕੇ ਨਹੀਂ ਬਹਿ ਸਕਦੀ। ਮੈਨੂੰ ਪੜ੍ਹਾਇਆ ਹੈ ਉਹਨਾਂ, ਮੈਂ ਕੋਈ ਵੀ ਕੰਮ ਕਰਕੇ ਆਪਣੇ ਲਈ ਕਮਾ ਲਵਾਂਗੀ। ਚੱਲ ਬਹਿ ਪਿੱਛੇ, ਵੱਡੀ ਆਈ ਕਮਾਉਣ ਵਾਲੀ, ਘਰ ਜਾ ਕੇ ਵੇਖ ਲਵੀਂ ਕੀ ਕਰਨਾ, ਸੜਕ 'ਤੇ ਤਮਾਸ਼ਾ ਨਾ ਕਰ। ਮੀਤਾ ਪਿੱਛੇ ਬਹਿ ਗਈ ਤੇ ਜਗਸੀਰ ਚੱਲ ਪਿਆ। ਮੀਤਾ ਨੂੰ ਕਹਿੰਦਾ, ਐਵੇਂ ਘਰ ਜਾ ਕੇ ਨਾ ਕੋਈ ਤਮਾਸ਼ਾ ਕਰੀ। ਮੀਤਾ ਚੁੱਪ ਕਰਕੇ ਪਿੱਛੇ ਬੈਠੀ ਰਹੀ, ਕੁਝ ਨਾ ਬੋਲੀ। ਘਰ ਆਏ ਤਾਂ ਅਮਰ ਕੌਰ ਕਹਿੰਦੀ, ਠੀਕ ਏ ਤੇਰੀ ਦਾਦੀ? ਮੀਤਾ ਕਹਿੰਦੀ, ਠੀਕ ਏ। ਹਰਵਿੰਦਰ ਤੇ ਉਹਦੀ ਬੇਬੇ ਵੀ ਪੁੱਛਿਆ ਤਾਂ ਮੀਤਾ ਕਹਿੰਦੀ, ਠੀਕ ਨੇ।
ਰਾਤ ਨੂੰ ਮੀਤਾ ਚੁੱਪ ਕਰਕੇ ਇੱਕ ਪਾਸੇ ਮੂੰਹ ਕਰਕੇ ਪੈ ਗਈ। ਜਗਸੀਰ ਵੀ ਦੂਜੇ ਪਾਸੇ ਮੂੰਹ ਕਰਕੇ ਸੌਂ ਗਿਆ। ਦੋਵਾਂ ਨੂੰ ਹੀ ਇੱਕ ਦੂਜੇ ਬਿਨਾਂ ਨੀਂਦ ਨਹੀਂ ਆ ਰਹੀ ਸੀ। ਦੋਵੇਂ ਪਾਸੇ ਮਾਰੀ ਜਾ ਰਹੇ ਸਨ। ਮੀਤਾ ਸੋਚ ਕੇ ਰੋ ਰਹੀ ਸੀ ਕਿ ਮਾਪੇ ਕਹਿੰਦੇ ਧੀਆਂ ਪਰਾਇਆ ਧਨ ਹੁੰਦੀਆਂ ਨੇ। ਧਨ ਦੀ ਤੇ ਲੋਕ ਬੜੀ ਕਦਰ ਕਰਦੇ ਹਨ, ਪਰ ਧੀਆਂ ਦੀ ਆ ਕਦਰ ਪੈਂਦੀ ਏ। ਉਹ ਆਪਣੀ ਮਰਜ਼ੀ ਨਾਲ ਕੁਝ ਬੋਲ ਵੀ ਨਹੀਂ ਸਕਦੀ। ਜਗਸੀਰ ਨੂੰ ਪਤਾ ਸੀ ਕਿ ਉਸਨੇ ਮੀਤਾ ਨਾਲ ਗਲਤ ਕੀਤਾ ਹੈ, ਪਰ ਉਸਦੀ ਮਰਦ ਹੋਣ ਦੀ ਹਉਮੈਂ ਉਸ ਨੂੰ ਕਹਿੰਦੀ ਕਿ ਤੂੰ ਸਹੀ ਹੈ। ਪਰ ਉਹਨਾਂ ਦਾ ਪਿਆਰ ਦੋਵਾਂ ਨੂੰ ਬੇਚੈਨ ਕਰਦਾ ਹੈ। ਜਗਸੀਰ ਸੋਚਦਾ ਹੈ ਕਿ ਮੀਤਾ ਪ੍ਰੈਗਨੈਂਟ ਹੈ, ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਕੁਝ ਦੇਰ ਬਾਅਦ ਜਗਸੀਰ ਮੀਤਾ ਨੂੰ ਕਹਿੰਦਾ, ਇੱਧਰ ਆ, ਮੇਰੀ ਗੱਲ ਸੁਣ। ਮੀਤਾ ਵੀ ਜਿਵੇਂ ਇਸੇ ਉਡੀਕ ਵਿੱਚ ਸੀ ਕਿ ਜਗਸੀਰ ਮੈਨੂੰ ਬੁਲਾਵੇ। ਉਹ ਜਗਸੀਰ ਕੋਲ ਆ ਕੇ ਬੈਠ ਗਈ। ਜਗਸੀਰ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਕਹਿੰਦਾ, ਮੀਤਾ ਆਈ ਐਮ ਸੌਰੀ, ਮੈਂ ਤੇਰੇ ਨਾਲ ਗਲਤ ਕੀਤਾ ਹੈ। ਮੀਤਾ ਕਹਿੰਦੀ, ਉਹ ਤਾਂ ਕੀਤਾ ਹੀ ਆ। ਜੇ ਮੇਰੀ ਗਲਤੀ ਸੀ ਤਾਂ ਮੈਨੂੰ ਦੱਸ ਦੇ। ਤੁਸੀਂ ਤਾਂ ਸਾਡਾ ਰਿਸ਼ਤਾ ਹੀ ਖਤਮ ਕਰ ਦਿੱਤਾ। ਮੈਨੂੰ ਮੰਮੀ ਹੋਰਾਂ ਕੋਲ ਛੱਡਣ ਚਲੇ ਗਏ। ਬਸ ਆਹੀ ਸੀ ਤੁਹਾਡਾ ਪਿਆਰ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਲਾਵਾਂ ਲਈਆਂ, ਬਸ ਇੰਨਾ ਹੀ ਸਾਥ ਨਿਭਾਉਂਗੇ ਮੇਰਾ। ਨਾਲੇ ਮੀਤਾ ਰੋਈ ਜਾ ਰਹੀ ਸੀ। ਮੈਂ ਕਿਹਾ ਹੀ ਨਾ ਸੌਰੀ, ਬਸ ਗਲਤੀ ਹੋ ਗਈ। ਜਗਸੀਰ ਕਹਿੰਦਾ। ਮੀਤਾ ਕਹਿੰਦੀ, ਮੈਨੂੰ ਸੌਰੀ ਨਹੀਂ ਚਾਹੀਦੀ, ਮੈਨੂੰ ਤੁਹਾਡਾ ਪਿਆਰ ਤੇ ਵਿਸ਼ਵਾਸ ਚਾਹੀਦਾ। ਮੈਂ ਤੁਹਾਨੂੰ ਕਦੇ ਵੀ ਨੀਵਾਂ ਨਹੀਂ ਦਿਖਾਉਣਾ ਚਾਹੁੰਦੀ। ਆਈ ਐਮ ਸੌਰੀ ਜੇ ਮੇਰੇ ਤੋਂ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ। ਦੋਵਾਂ ਦਾ ਵਿਗੜਦਾ ਹੋਇਆ ਰਿਸ਼ਤਾ ਉਹਨਾਂ ਦੇ ਇੱਕ ਦੂਜੇ ਪ੍ਰਤੀ ਪਿਆਰ ਕਾਰਨ ਬਚ ਗਿਆ ਸੀ। ਦੋਵਾਂ ਨੇ ਇੱਕ ਦੂਜੇ ਨੂੰ ਮਾफ़ ਕਰ ਦਿੱਤਾ, ਪਰ ਮੀਤਾ ਨੇ ਇਹ ਮਨ ਵਿੱਚ ਧਾਰ ਲਿਆ ਕਿ ਕੁਝ ਵੀ ਹੋਵੇ ਮੈਂ ਨਹੀਂ ਕਿਸੇ ਗੱਲ ਵਿੱਚ ਬੋਲਣਾ। ਉਹ ਕੰਮ ਕਰਦੀ ਤੇ ਚੁੱਪ ਕਰਕੇ ਆਪਣੇ ਕਮਰੇ ਵਿੱਚ ਬਹਿ ਜਾਂਦੀ। ਉਹ ਨਾ ਤਾਂ ਹਰਵਿੰਦਰ ਤੇ ਬੇਬੇ ਨਾਲ ਜ਼ਿਆਦਾ ਬੋਲਦੀ ਤੇ ਨਾ ਹੀ ਸੱਸ ਨਾਲ। ਮੀਤਾ ਦਾ ਰਿਜ਼ਲਟ ਆਇਆ ਤਾਂ ਮੀਤਾ ਦੀ ਇਕਨੋਮਿਕਸ ਵਿੱਚ ਰਿਪੇਅਰ ਆ ਗਈ। ਇਕਨੋਮਿਕਸ ਔਖਾ ਵਿਸ਼ਾ ਹੁੰਦਾ ਹੈ ਜੋ ਰੈਗੂਲਰ ਵਿਦਿਆਰਥੀ ਹੀ ਕਰ ਸਕਦੇ ਹਨ। +1 +2 ਵਿੱਚ ਤਾਂ ਮੀਤਾ ਇਕਨੋਮਿਕਸ ਵਿੱਚ ਚੰਗੇ ਨੰਬਰ ਲਏ। ਬਾਕੀ ਦੀ ਕਹਾਣੀ ਕੱਲ੍ਹ ਦੀ ਵੀਡੀਓ 'ਚ ਜਾਰੀ ਰੱਖਾਂਗੇ ਜੀ। ਨਾਵਲ ਨੂੰ ਪੂਰਾ ਸੁਣਨ ਦੇ ਲਈ ਤੁਹਾਡੇ ਆਪਣੇ ਚੈਨਲ ਪੰਜਾਬੀ ਸਟੋਰੀ ਮੇਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਤੇ ਕਹਾਣੀ ਨੂੰ ਲਾਈਕ ਕਰ ਦਿਓ ਜੀ। ਧੰਨਵਾਦ।